पेश है विज्ञान लड़ीवार आउण वाला कल दी तीजी कड़ी। हाँ जी प्यारे श्रोतियो, तुहाडा सब दा अज दे बनौटी बौद्धिकता दी विज्ञान वरतों ते भविख बाबत साडे नवे लड़ीवार आउण वाला कल दी तीजी कड़ी च निघा स्वागत है। ਅੱਜ ਦੀ ਇਸ ਕੜੀ 'ਚ ਸੁਣਾਂਗੇ ਅਸੀਂ ਕਹਾਣੀ ਕਿ ਕਿਵੇਂ ਇਸ ਬਣੌਟੀ ਬੌਧਿਕਤਾ ਨੇ ਪ੍ਰਭਾਵਿਤ ਕੀਤਾ ਹੈ ਸਾਡੇ ਜੀਵਨ ਦੇ ਵੱਖ-ਵੱਖ ਸ਼ੋਬਿਆਂ ਨੂੰ ਤੇ ਕੀ ਹੈ ਪ੍ਰਭਾਵ ਇਸ ਦਾ ਸਾਡੇ ਰੋਜ਼ਾਨਾ ਜੀਵਨ ਦੇ ਉੱਪਰ। ਲਓ ਸੁਣੋ ਇਸ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ ਤੀਜੀ ਕੜੀ ਟਕਰਾਏ ਬਣੌਟੀ ਬੌਧਿਕਤਾ ਜੀਵਨ ਦੇ ਹਰ ਮੋੜ ਤੇ। मैडम हरसिमरन जी सर। ओके दसो तुसीं कि तुहाडी ये कंपनी बनौटी बौद्धिकता दे किहड़े खेतर च काम करदी है? आई मीन किस तरह दी खोज करदे हो तुसीं? सर साडी खोज है दुर्गम इलाकिਆਂ 'ਚ ਚੱਲ ਰਹੀਆਂ ਗਤੀਵਿਧੀਆਂ ਦਾ ਮਨੁੱਖ ਰਹਿਤ ਡਰੋਨਾਂ ਤੇ ਰੋਬੋਟਸ ਰਾਹੀਂ ਪਤਾ ਲਗਾਉਣਾ। ओके मैम ये दसो कि जेकर कुदरती आफत दौरान बर्फ लदियां उच्चियां चोटियां उपर साडे लोग घिरे होए होण दी कोई शंका होवे तां की तुहाडी खोज ਸਾਨੂੰ ਬਚਾਓ ਆਪਰੇਸ਼ਨ ਨੂੰ ਤੇਜ਼ੀ ਨਾਲ ਨੇਪਰੇ ਚਾੜ ਕੇ ਸਫਲਤਾ ਪ੍ਰਾਪਤ ਕਰਨ 'ਚ ਕੋਈ ਹੈਲਪ ਕਰ ਸਕਦੀ ਹੈ? ਜੀ ਬਿਲਕੁਲ ਸਰ, ਸਾਡੇ ਡਰੋਨ ਬਣੌਟੀ ਬੌਧਿਕਤਾ ਦੀ ਵਰਤੋਂ ਕਰਕੇ ਬਰਫਾਨੀ ਚੋਟੀਆਂ ਤੇ ਫਸੇ ਲੋਕਾਂ ਦੇ ਥੌ ਟਿਕਾਣਿਆਂ ਦਾ ਸਟੀਕਤਾ ਨਾਲ ਪਤਾ ਲਗਾ ਸਕਦੇ ਨੇ। ਬਚੇ ਹੋਏ ਲੋਕਾਂ ਦੇ ਸਹੀ ਥੌ ਟਿਕਾਣੇ ਦਾ ਪਤਾ ਲਗਾ ਕੇ ਬਚਾਅ ਟੀਮਾਂ ਨੂੰ ਦੱਸ ਸਕਦੇ ਨੇ। ਕੀ ਤੁਸੀਂ ਉਹਨਾਂ ਬਚੇ ਹੋਏ ਲੋਕਾਂ ਨੂੰ ਬਾਹਰ ਕੱਢਣ ਤੱਕ ਕੋਈ ਭੋਜਨ ਵਗੈਰਾ ਵੀ ਇਸ ਬਣੌਟੀ ਬੌਧਿਕਤਾ ਦੀ ਵਰਤੋਂ ਕਰਕੇ ਪਹੁੰਚਾ ਸਕਦੇ ਹੋ? ਹਾਂਜੀ ਸਰ, ਸਾਡੇ ਡਰੋਨ ਤੇ ਰੋਬੋਟ ਰਾਹਤ ਸਮੱਗਰੀ ਬੜੀ ਹੀ ਆਸਾਨੀ ਤੇ ਸਟੀਕਤਾ ਨਾਲ ਪਹੁੰਚਾ ਸਕਦੇ ਨੇ। ਸਰ ਇਹ ਤਾਂ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ। ਇਸ ਤਰ੍ਹਾਂ ਤਾਂ ਅਸੀਂ ਬਿਨਾਂ ਸਮਾਂ ਗਵਾਏ ਸੰਕਟ 'ਚ ਘਿਰੇ ਲੋਕਾਂ ਤੱਕ ਸਿੱਧੇ ਹੀ ਬਿਨਾਂ ਕਿਸੇ ਜੱਕ ਤੱਕ ਦੇ ਪਹੁੰਚ ਸਕਦੇ ਹਾਂ। ਸਾਹਿਬ ਤੁਹਾਡੇ ਬਚਾਓ ਆਪਰੇਸ਼ਨ ਦੀ ਸਹਾਇਤਾ ਲਈ ਸ਼੍ਰੀਮਤੀ ਹਰਸਿਮਰਨ ਕੌਰ ਜੀ ਦੀ ਮਦਦ ਤੇ ਅਗਵਾਈ ਨਾਲ ਬਣਾਏ ਸਵੈ ਚਾਲਕ ਕੈਮਰੇ ਤੇ ਹੋਰ ਉਪਕਰਨ ਉਸ ਥਾਂ ਦੀਆਂ ਤੇ ਆਲੇ ਦੁਆਲੇ ਦੀਆਂ ਬਹੁਤ ਹੀ ਸੋਹਣੀਆਂ ਡਿਜੀਟਲ ਫੋਟੋਆਂ ਤੁਹਾਨੂੰ ਇੱਥੇ ਬੈਠੇ ਬਿਠਾਏ ਭੇਜ ਦੇਣਗੇ। ਇਸ ਤਰ੍ਹਾਂ ਤਾਂ ਅਸੀਂ ਇੱਥੇ ਬੈਠੇ ਹੀ ਉਹਨਾਂ ਚਿੱਤਰਾਂ ਦਾ ਵਿਸ਼ਲੇਸ਼ਣ ਕਰਕੇ ਸਹੀ ਯੋਜਨਾਬੰਦੀ ਤੇ ਦਾਅ ਪੇਚ ਘੜ ਸਕਦੇ ਹਾਂ। ਮੈਡਮ ਕੀ ਅਸੀਂ ਤੁਹਾਡੇ ਡਰੋਨ ਦੇ ਉਪਕਰਨਾਂ ਨੂੰ ਆਪਣਾ ਕੋਈ ਸੰਦੇਸ਼ ਭੇਜ ਕੇ ਕੋਈ ਹੋਰ ਸੂਚਨਾ ਵੀ ਇਕੱਠੀ ਕਰ ਸਕਦੇ ਹਾਂ? ਹਾਂਜੀ, ਇਹਨਾਂ ਦਾ ਨਿਯੰਤਰਣ ਤੁਹਾਡੇ ਕੋਲ ਹੋਏਗਾ। ਤੁਸੀਂ ਉਹਨਾਂ ਦੀ ਦਿਸ਼ਾ, ਝੁਕਾਅ ਦਾ ਕੋਣ ਤੇ ਤਸਵੀਰਾਂ ਦੀ ਸਪਸ਼ਟਤਾ ਇੱਥੇ ਬੈਠੇ ਹੀ ਕੰਟਰੋਲ ਕਰਕੇ ਮਨਚਾਹੀ ਸੂਚਨਾ ਇਕੱਤਰ ਕਰ ਸਕਦੇ ਹੋ। ਵੈਰੀ ਗੁੱਡ। ਹਾਂ ਸਰ, ਇਸ ਤਰ੍ਹਾਂ ਦੀ ਸੂਚਨਾ ਨਾਲ ਤਾਂ ਰੈਸਕਿਊ ਕਾਰਵਾਈਆਂ 'ਚ ਬਹੁਤ ਹੀ ਸੁਧਾਰ ਹੋ ਸਕਦਾ ਹੈ। ਹੋ ਸਕਦਾ। ਬਚਾਓ ਕਾਰਵਾਈਆਂ ਦੀ ਤੇਜ਼ੀ ਨਾਲ ਹੀ ਬਚਾਓ ਟੀਮਾਂ ਦੀਆਂ ਤੇ ਸੰਕਟ ਵਿੱਚ ਘਿਰੇ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਬਹੁਤ ਘੱਟ ਸਕਦੇ ਨੇ। ਸਰ ਅਸੀਂ ਇਹਨਾਂ ਉਪਕਰਨਾਂ 'ਚ ਆਪ ਜੀ ਦੀ ਮੰਗ ਅਨੁਸਾਰ ਹੋਰ ਸੌਦਾ ਵੀ ਕਰ ਸਕਦੇ ਹਾਂ। ਸਰ ਕੀ ਅਸੀਂ ਇਹਨਾਂ ਮੈਡਮ ਜੀ ਨੂੰ ਸਾਡੇ ਸਾਰੇ ਲੋਕਾਂ ਨੂੰ ਬਚਾਓ ਕਾਰਵਾਈਆਂ ਦੌਰਾਨ ਬਣੌਟੀ ਬੌਧਿਕਤਾ ਦੀ ਲੋੜ ਤੇ ਅਹਿਮੀਅਤ ਬਾਬਤ ਇੱਕ ਲੈਕਚਰ ਦੇਣ ਵਾਸਤੇ ਨਹੀਂ ਕਹਿ ਸਕਦੇ? ਹਾਂ, ਬਹੁਤ ਅੱਛਾ ਸੁਝਾਅ ਹੈ। ਸਾਨੂੰ ਸਾਰਿਆਂ ਨੂੰ ਇਹਦੇ ਨਾਲ ਸਹੀ ਜਾਣਕਾਰੀ ਮਿਲ ਜਾਏਗੀ। ਯੈਸ ਮੈਮ ਹਰਸਿਮਰਤ, ਜੇ ਸੰਭਵ ਹੋਵੇ ਤਾਂ ਕੱਲ੍ਹ ਹੀ ਕਰ ਲਈਏ ਮਨੁੱਖਤਾ ਦੇ ਭਲੇ ਦਾ ਇਹ ਸ਼ੁਭ ਕੰਮ। ਸਰ ਅਸੀਂ ਤਾਂ ਤਿਆਰ ਹਾਂ, ਕੱਲ੍ਹ ਆ ਜਾਵਾਂਗੇ। 10 ਵਜੇ ਸਵੇਰੇ ਠੀਕ ਰਹੇਗਾ? ਬਿਲਕੁਲ ਠੀਕ ਰਹੇਗਾ। ਠੀਕ ਹੈ, ਮਿਲਦੇ ਹਾਂ ਕੱਲ੍ਹ ਮਾਰਨਿੰਗ 10 o'clock ਮੀਨਸ 10 o'clock। ਜੀ ਸਰ। ਸਾਰਿਆਂ ਨੂੰ ਸੈਲੂਟ ਕਰਦੇ ਹੋਏ ਮੈਂ ਇਹ ਸੂਚਨਾ ਦੇਣ 'ਚ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੀ ਯੂਨਿਟ 'ਚ ਕੈਪਟਨ ਸ਼੍ਰੀਕਾਂਤ ਜੀ ਦੀ ਪਹਿਲ ਕਦਮੀ ਸਦਕਾ ਅੱਜ ਅਸੀਂ ਇੱਕ ਬਹੁਤ ਹੀ ਨਵੇਂ ਵਿਸ਼ੇ ਤੇ
ਵਿਸ਼ੇਸ਼ ਜਾਣਕਾਰੀ ਤੇ ਸਿਖਲਾਈ ਵਾਸਤੇ ਹਾਜ਼ਰ ਹੋਏ ਹਾਂ। ਸਿਖਲਾਈ ਦੇਣ ਵਾਸਤੇ ਸਾਡੇ ਦਰਮਿਆਨ ਅੱਜ ਵਿਸ਼ੇਸ਼ ਮਹਿਮਾਨ ਤੇ ਵਕਤਾ ਵਜੋਂ ਸ਼੍ਰੀਮਤੀ ਹਰਸਿਮਰਨ ਕੌਰ ਤੇ ਉਹਨਾਂ ਦੇ ਨਾਲ ਦੇ ਸਹਿਯੋਗੀ ਅਦਾਰੇ ਦੇ ਸ਼੍ਰੀ ਸੁਰਜੀਤ ਸਿੰਘ ਜੀ ਹਾਜ਼ਰ ਹੋਏ ਨੇ। ਹੁਣ ਮੈਂ ਕੈਪਟਨ ਸ਼੍ਰੀਕਾਂਤ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆ ਕੇ ਸਾਡੇ ਅੱਜ ਦੇ ਮਹਿਮਾਨਾਂ ਦਾ ਸਵਾਗਤ ਕਰਨ, ਉਹਨਾਂ ਦੀ ਜਾਣ ਪਛਾਣ ਕਰਵਾਉਣ ਤੇ ਅੱਜ ਦੇ ਇਸ ਜਾਣਕਾਰੀ ਸੰਮੇਲਨ ਦੇ ਉਦੇਸ਼ ਬਾਬਤ ਚਾਨਣਾ ਪਾਉਣ। ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਮੈਂ ਸਾਡੇ ਅੱਜ ਦੇ ਵਕਤਾ ਸ਼੍ਰੀਮਤੀ ਹਰਸਿਮਰਨ ਕੌਰ ਜੀ, ਜੋ ਕਿ ਇੱਕ ਖੋਜ ਤੇ ਸਲਾਹਕਾਰ ਕੰਪਨੀ ਦੇ ਪ੍ਰਬੰਧਕ ਨੇ, ਤੇ ਉਹਨਾਂ ਦੇ ਨਾਲ ਸਹਿਯੋਗ ਕਰਨ ਵਾਲੇ ਸ਼੍ਰੀ ਸੁਰਜੀਤ ਸਿੰਘ ਜੀ, ਜੋ ਕਿ ਇੱਕ ਉਦਮੀ ਨੇ, ਸਨਅਤ ਦੇ ਪ੍ਰਬੰਧਕ ਦਾ ਇੱਥੇ ਆਉਣ ਤੇ ਯੂਨਿਟ ਵੱਲੋਂ ਨਿੱਘਾ ਸਵਾਗਤ ਕਰਦਾ ਐਂਡ ਵੈਲਕਮ ਕਰਦਾ। ਜਿਵੇਂ ਅਸੀਂ ਜਾਣਦੇ ਹਾਂ ਕਿ ਸਾਡੀ ਯੂਨਿਟ ਨੂੰ ਬਹੁਤ ਵਾਰ ਆਫਤਾਂ ਦੇ ਸਮੇਂ ਸੰਕਟ ਵਿੱਚ ਘਿਰੇ ਲੋਕਾਂ ਦੀ ਜਾਨ ਮਾਲ ਦੀ ਸਲਾਮਤੀ ਤੇ ਬਚਾਓ ਕਾਰਜਾਂ ਵਿੱਚ ਫੁਰਤੀ ਅਤੇ ਮੁਸਤੈਦੀ ਨਾਲ ਕੰਮ ਕਰਨਾ ਪੈਂਦਾ ਹੈ। ਉਸ ਕੰਮ ਵਿੱਚ ਹੋਰ ਫੁਰਤੀ, ਸਟੀਕਤਾ, ਤੇਜ਼ੀ ਤੇ ਚੰਗੇ ਨਤੀਜਿਆਂ ਵਿੱਚ ਸਾਡੇ ਹੌਸਲੇ, ਪਹਿਲ ਕਦਮੀ, ਪੁਖਤਾ ਯੋਜਨਾਬੰਦੀ ਅਤੇ ਦਲੇਰੀ ਦੇ ਨਾਲ-ਨਾਲ ਹੁਣ ਅੱਜ-ਕੱਲ੍ਹ ਬਣਾਉਟੀ ਬੌਧਿਕਤਾ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਇਸੇ ਬਾਬਤ ਚਾਨਣਾ ਪਾਉਣ ਵਾਸਤੇ, ਸਾਨੂੰ ਸਿਖਲਾਈ ਦੇਣ ਵਾਸਤੇ ਇਸ ਚਰਚਾ ਦਾ ਪ੍ਰਬੰਧ ਕੀਤਾ ਗਿਆ ਹੈ। ਸਾਡੇ ਮਾਹਰ ਵਕਤਾ ਇਹਨਾਂ ਮੁਸੀਬਤਾਂ ਵਿੱਚ ਫਸੇ ਲੋਕਾਂ ਦੇ ਬਚਾਅ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਵਿੱਚ ਬਣਾਉਟੀ ਬੌਧਿਕਤਾ ਦੀ ਵਰਤੋਂ ਰਾਹੀਂ ਬਣਾਈਆਂ ਗਈਆਂ ਟੈਕਨੋਲੋਜੀਜ਼ ਬਾਬਤ ਅਤੇ ਉਹਨਾਂ ਦੀ ਸਾਰਥਕਤਾ ਬਾਬਤ ਚਾਨਣਾ ਪਾਉਣਗੇ। ਥੈਂਕ ਯੂ ਸ਼੍ਰੀਕਾਂਤ ਸਰ। ਰਾਘਵ ਜੀ, ਮੈਨੂੰ ਆਪ ਸਭ ਦੇ ਰੂਬਰੂ ਹੋ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ। ਅਸੀਂ ਸਾਰੇ ਹੀ ਹਰ ਰੋਜ਼ ਵੇਖਦੇ ਹਾਂ ਕਿ ਸਾਡੇ ਰੋਜ਼ਾਨਾ ਜੀਵਨ 'ਚ ਆਫਤਾਂ ਇੱਕ ਆਮ ਵਰਤਾਰਾ ਹੈ। ਬੇਸ਼ੱਕ ਹੜ੍ਹ, ਭੂਚਾਲ, ਮਲਬਾ, ਇਮਾਰਤਾਂ, ਪੁਲਾਂ ਦਾ ਡਿੱਗਣਾ, ਐਕਸੀਡੈਂਟ ਜਾਂ ਅੱਗਾਂ ਵਗੈਰਾ, ਇਹਨਾਂ ਹਾਲਾਤਾਂ 'ਚ ਫਸੇ ਇਨਸਾਨਾਂ ਨੂੰ ਬਾਹਰ ਕੱਢਣ ਵਾਸਤੇ ਬਚਾਅ ਟੀਮਾਂ ਵਾਸਤੇ ਉਹਨਾਂ ਦੀ ਗਿਣਤੀ, ਪੋਜੀਸ਼ਨ, ਸਰੀਰਕ ਹਾਲਤ ਵਗੈਰਾ ਦਾ ਜਾਇਜ਼ਾ ਜ਼ਰੂਰੀ ਹੈ। ਉਸ ਥਾਂ ਤੱਕ ਪਹੁੰਚ ਤੇ ਰਸਤੇ ਦੀਆਂ ਦੁਸ਼ਵਾਰੀਆਂ ਤੇ ਉਪਲਬਧ ਸਾਧਨਾਂ ਦੀ ਸਟੀਕ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ। ਇਹ ਸਾਰੀ ਜਾਣਕਾਰੀ ਇਕੱਤਰ ਕਰਨ 'ਚ ਤੇ ਇਸ ਦੇ ਵਿਸ਼ਲੇਸ਼ਣ ਕਰਕੇ ਸਿੱਟੇ ਕੱਢਣ 'ਚ ਬਹੁਤ ਤੇਜ਼ੀ ਦੀ ਲੋੜ ਹੁੰਦੀ ਹੈ। ਇਸ ਸਾਰੇ ਕੰਮ ਨੂੰ ਨੇਪਰੇ ਚਾੜਨ ਵਾਸਤੇ ਅੱਜ-ਕੱਲ੍ਹ ਡਰੋਨ ਤੇ ਰੋਬੋਟ ਨੇ। ਇਹਨਾਂ ਰਾਹੀਂ ਸਾਨੂੰ ਇਲਾਕੇ ਦੀ ਪੂਰੀ ਜਾਣਕਾਰੀ, ਰਸਤਿਆਂ ਦੀ ਜਾਣਕਾਰੀ, ਘਟਨਾ ਸਥਲ ਦੀ ਹਾਲਤ, ਸੰਕਟ 'ਚ ਫਸੇ ਲੋਕਾਂ ਦੀ ਸਹੀ ਜਾਣਕਾਰੀ ਬਹੁਤ ਹੀ ਤੇਜ਼ੀ ਨਾਲ ਮਿਲ ਜਾਂਦੀ ਹੈ। ਸਾਡੇ ਕੋਲ ਸਾਰੀਆਂ ਫੋਟੋਆਂ ਪਹੁੰਚ ਜਾਂਦੀਆਂ ਨੇ, ਜਿਨ੍ਹਾਂ ਦਾ ਵਿਸ਼ਲੇਸ਼ਣ ਵੀ ਪਲਾਂ 'ਚ ਕਰ ਲਿਆ ਜਾਂਦਾ ਹੈ। ਇਸ ਕਾਰਜ 'ਚ ਅਸਲੀ ਕਰਿਸ਼ਮਾ ਹੈ ਬਣਾਉਟੀ ਬੁੱਧੀ ਦਾ, ਜਿਸ ਕਾਰਨ ਡਰੋਨ, ਰੋਬੋਟ ਜਾਂ ਹੋਰ ਯੰਤਰ ਸਵੈਚਾਲਤ ਰੂਪ 'ਚ ਕੰਮ ਕਰਦੇ ਨੇ। ਅੱਜ ਅਸੀਂ ਮੋਬਾਈਲ ਫੋਨ ਰਾਹੀਂ ਤੇਜ਼ੀ ਨਾਲ ਬਿਨਾਂ ਕਿਸੇ ਤਾਰ ਵਗੈਰਾ ਦੇ ਘਟਨਾ ਸਥਲ ਦੀ ਜਾਣਕਾਰੀ ਤੇ ਹੋਸ਼ ਵਾਲੇ ਬੰਦਿਆਂ ਨਾਲ ਵਾਰਤਾਲਾਪ ਰਚਾ ਸਕਦੇ ਹਾਂ। ਉਹਨਾਂ ਨੂੰ SMS ਵਗੈਰਾ ਵੀ ਭੇਜ ਸਕਦੇ ਹਾਂ ਤੇ ਸੂਚਨਾ ਦਾ ਲਗਾਤਾਰ ਆਦਾਨ ਪ੍ਰਦਾਨ ਕਰਕੇ ਜਾਣਕਾਰੀ ਲੈਂਦੇ ਰਹਿੰਦੇ ਹਾਂ ਤੇ ਆਪਣੇ ਬਚਾਅ ਕਾਰਜਾਂ ਨੂੰ ਤਾਜ਼ਾ ਜਾਣਕਾਰੀ ਦੇ ਆਧਾਰ ਤੇ ਲੋੜ ਅਨੁਸਾਰ ਦਿਸ਼ਾ ਦਿੰਦੇ ਰਹਿੰਦੇ ਹਾਂ। ਸਾਨੂੰ ਰਸਤਿਆਂ ਦੀ ਹਾਲਤ ਦੀ ਸਹੀ ਜਾਣਕਾਰੀ ਮਿਲਦੀ ਰਹਿੰਦੀ ਹੈ। 3 ਪਸਾਰੀ ਤਸਵੀਰਾਂ ਸਾਡੀ ਸਟੀਕ ਜਾਣਕਾਰੀ 'ਚ ਵਾਧਾ ਕਰਦੀਆਂ ਨੇ। ਅੱਜ ਅਸੀਂ ਸੂਟਕੇਸ ਜਿੱਡੇ ਯੰਤਰ ਰਾਹੀਂ ਮਲਬੇ ਦੀ 30 ਫੁੱਟ ਦੀ ਡੂੰਘਾਈ ਤੱਕ ਤੇ ਕੰਕਰੀਟ ਦੀ 20 ਫੁੱਟ ਦੀ ਡੂੰਘਾਈ ਤੱਕ ਮਨੁੱਖੀ ਦਿਲ ਦੀ ਧੜਕਣ ਸੁਣ ਸਕਦੇ ਹਾਂ। ਇਸ ਤਰ੍ਹਾਂ ਮਲਬੇ ਹੇਠ ਦਬੇ ਲੋਕਾਂ ਦੀਆਂ ਜਾਨਾਂ ਬਚਾਉਣ 'ਚ ਇਹ ਬਣਾਉਟੀ ਬੁੱਧੀ ਆਧਾਰਿਤ ਤਕਨੀਕਾਂ ਬਹੁਤ ਹੀ ਅਹਿਮ ਭੂਮਿਕਾ ਅਦਾ ਕਰਦੀਆਂ ਨੇ। ਥੈਂਕ ਯੂ। ਬਹੁਤ-ਬਹੁਤ ਸ਼ੁਕਰੀਆ ਮੈਮ। ਮੈਂ ਹੁਣ ਸਾਡੇ ਦੂਜੇ ਵਕਤਾ ਸ਼੍ਰੀ ਸੁਰਜੀਤ ਸਿੰਘ ਜੀ ਨੂੰ ਸੱਦਾ ਦਿੰਨਾ। ਹਾਂਜੀ, ਧੰਨਵਾਦ। ਮੈਂ ਆਪ ਜੀ ਨੂੰ ਬਚਾਓ ਕਾਰਜਾਂ 'ਚ ਬਣਾਉਟੀ ਬੌਧਿਕਤਾ ਆਧਾਰਿਤ ਚੈਟਬੋਟ ਉਪਕਰਨ ਦੀ ਜਾਣਕਾਰੀ ਦਿੰਦੇ ਹੋਏ ਇਸ ਦੀ ਭੂਮਿਕਾ ਬਾਬਤ ਚਾਨਣਾ ਪਾਵਾਂਗਾ। ਚੈਟਬੋਟ ਇੱਕ ਅਜਿਹਾ ਉਪਕਰਨ ਹੈ ਜਿਸ ਦੁਆਰਾ ਰਾਹਤ ਕਾਰਜਾਂ ਦੀ ਸਟੀਕਤਾ ਤੇ ਸਫਲਤਾ ਵਾਸਤੇ ਸਾਨੂੰ ਸਾਡੇ ਕੋਲ ਭੰਡਾਰ ਕੀਤੀ ਰਾਹਤ ਸਮੱਗਰੀ ਦੀ ਗਿਣਤੀ, ਮਾਤਰਾ ਤੇ ਕਿਸਮ ਆਦਿ ਦਾ ਤੁਰੰਤ ਹਰ ਵਕਤ ਪਤਾ ਚੱਲਦਾ ਜਾਂਦਾ ਹੈ। ਜਿਵੇਂ ਜੇ ਅਸੀਂ ਬੱਚਿਆਂ ਵਾਸਤੇ ਭੋਜਨ ਵਸਤਾਂ ਦੇ ਭੰਡਾਰ ਦੀ ਸਥਿਤੀ ਜਾਣਨਾ ਚਾਹੀਏ ਤਾਂ ਤੁਰੰਤ ਸਾਰੀਆਂ ਬੇਬੀ ਫੂਡਸ ਤੇ ਦੁੱਧ ਆਦਿ ਦਾ ਸਟਾਕ ਸਾਡੇ ਸਾਹਮਣੇ ਹੋਏਗਾ।
ਇਹ ਸਾਨੂੰ ਵੱਖ-ਵੱਖ ਭਾਸ਼ਾਵਾਂ ਦੇ ਲੋਕਾਂ ਨਾਲ ਵਾਰਤਾਲਾਪ ਰਚਾਉਣ 'ਚ ਮਦਦ ਕਰਦੀ ਹੈ। ਚੈਟਬੋਟ ਰਾਹੀਂ ਅਸੀਂ ਜ਼ਿਆਦਾ ਪ੍ਰਭਾਵਿਤ ਤੇ ਘੱਟ ਪ੍ਰਭਾਵਿਤ ਖੇਤਰਾਂ ਦਾ ਨਕਸ਼ਾ ਪ੍ਰਾਪਤ ਕਰ ਸਕਦੇ ਹਾਂ, ਜਿਸ ਨਾਲ ਸਾਨੂੰ ਰਾਹਤ ਕਾਰਜਾਂ ਨੂੰ ਪਹਿਲ ਦੇਣ ਵਾਲੇ ਖੇਤਰ ਚੁਣਨ 'ਚ ਕੋਈ ਦਿੱਕਤ ਨਹੀਂ ਆਉਂਦੀ। ਇਸ ਜੀਵੰਤ ਚਰਚਾ ਤੋਂ ਬਾਅਦ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਣਾਉਟੀ ਬੌਧਿਕਤਾ ਦੇ ਕਰਿਸ਼ਮਿਆਂ ਰਾਹੀਂ ਬਣੀਆਂ ਨਵੀਆਂ ਤਕਨਾਲੋਜੀਆਂ ਨਾਲ ਅਸੀਂ ਬਚਾਓ ਤੇ ਰਾਹਤ ਕਾਰਜਾਂ 'ਚ ਹੋਰ ਜ਼ਿਆਦਾ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ 'ਚ ਸਫਲ ਹੋਵਾਂਗੇ। ਇਹ ਸਾਡੇ ਮਹਿਮਾਨਾਂ ਦੀ AI ਦਾ ਹੀ ਕਮਾਲ ਹੋਏਗਾ। ਇੱਕ ਰੋਚਕ ਤੇ ਜਾਣਕਾਰੀ ਭਰਪੂਰ ਵਾਰਤਾਲਾਪ ਰਚਾਉਣ ਵਾਸਤੇ ਮੈਂ ਸਾਡੇ ਇਹਨਾਂ ਮਹਿਮਾਨਾਂ ਦਾ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਰ ਇੱਕ ਗੱਲ ਆਖਾਂ? ਹਾਂ ਆਖੋ ਰਾਘਵ। ਸਰ ਇੰਨੀ ਭਿਆਨਕ ਅੱਗ 'ਚ ਇਹ ਆਪਰੇਸ਼ਨ ਵੀ ਕਾਮਯਾਬ ਰਿਹਾ, ਹਮੇਸ਼ਾ ਦੀ ਤਰ੍ਹਾਂ। ਤੁਹਾਡੀ AI ਵੀ ਸਾਡੇ ਕੰਮ ਆਈ। ਪਰ ਸਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਹੁਣ ਫਿਰ ਜ਼ਖਮੀ ਹੋ ਗਏ। ਹਾਂ ਹਮੇਸ਼ਾ ਦੀ ਤਰ੍ਹਾਂ। ਹੋਰ ਕੀ ਰਾਘਵ, ਬਟ everything is perfect. ਜੈ ਹਿੰਦ ਸਰ, ਜੈ ਹਿੰਦ। ਜੈ ਹਿੰਦ। ਲਓ ਕੈਪਟਨ ਸ਼੍ਰੀਕਾਂਤ, ਤੁਹਾਡੇ ਲਈ ਫੁੱਲ ਤੇ ਤੁਹਾਡੇ ਕਰਕੇ ਫੇਰ ਮੇਜਰ ਰਾਮ ਨੂੰ ਹਸਪਤਾਲ 'ਚ ਆਉਣ ਦਾ ਮੌਕਾ ਮਿਲਿਆ। ਹੁਣ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ ਸਰ। ਹਾਂ ਕੈਪਟਨ ਸ਼੍ਰੀਕਾਂਤ, ਮੈਂ ਕੀ, ਹੁਣ ਤਾਂ ਪੂਰੀ ਯੂਨਿਟ ਆਖ ਰਹੀ ਹੈ ਕਿ ਜੇਕਰ ਕੈਪਟਨ ਸ਼੍ਰੀਕਾਂਤ ਨੂੰ ਇੰਜਰੀ ਨਹੀਂ ਹੋਈ ਤਾਂ ਪੂਰੇ ਦਾ ਪੂਰਾ ਬਚਾਓ ਮਿਸ਼ਨ ਖਤਰੇ 'ਚ ਆ ਸਕਦਾ ਹੈ। ਹਾਂ ਭਾਈ, ਹੋਰ ਸਾਰੇ ਕਹਿ ਰਹੇ ਸੀ ਕਿ ਕੈਪਟਨ ਸ਼੍ਰੀਕਾਂਤ ਦਾ ਹੌਸਲਾ ਤਾਂ ਹੈ ਹੀ, ਪਰ ਉਹਨਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਉਪਕਰਨ ਉਹਨਾਂ ਦੀ ਇੰਟੈਲੀਜੈਂਸ ਨਾਲੋਂ ਵਧੀਆ ਪਰਫਾਰਮ ਕਰ ਰਹੇ ਨੇ। ਹਾਂ ਸਰ, ਆਪਨੇ AI ਦੀ ਚੰਗੀ ਗੱਲ ਛੇੜੀ। ਮੈਂ ਤਾਂ ਪੁੱਛਣਾ ਚਾਹੁੰਦਾ ਸੀ ਕਿ ਸ਼੍ਰੀਕਾਂਤ ਜੀ ਦੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਸਾਡੇ ਸਾਰੇ ਬਚਾਓ ਆਪਰੇਸ਼ਨ 'ਚ ਤਾਂ ਦਿਖ ਹੀ ਰਹੀ ਹੈ, ਪਰ ਕੀ ਸਾਡੇ ਰੋਜ਼ਾਨਾ ਦੇ ਜੀਵਨ 'ਚ ਵੀ AI ਦੀ ਕੁਝ ਭੂਮਿਕਾ ਹੈ? ਓਹੋ, ਤੁਹਾਡਾ ਦੋਵਾਂ ਦਾ AI ਤੇ ਡਿਸਕਸ਼ਨ ਖਤਮ ਹੀ ਨਹੀਂ ਹੋਇਆ। ਤਾਂ ਚਲੋ ਪਹਿਲਾ ਸਵਾਲ ਮੇਰਾ। ਯੈਸ ਸਰ, ਪੁੱਛੋ ਸਵਾਲ। ਤਾਂ ਕੈਪਟਨ ਸ਼੍ਰੀਕਾਂਤ, ਇਹਨਾਂ ਡਰੋਨਾਂ 'ਚ AI ਦੀ ਕੀ ਭੂਮਿਕਾ ਹੈ? ਜੀ ਮੈਂ ਵੀ ਇਹੀ ਪੁੱਛਣ ਵਾਲਾ ਸੀ। ਇਹਨਾਂ ਡਰੋਨਾਂ 'ਚ ਇੱਕ ਕੈਮਰਾ ਵੀ ਤਾਂ ਹੁੰਦਾ ਹੈ, ਫਿਰ ਇਸ 'ਚ AI ਦੀ ਕੀ ਜ਼ਰੂਰਤ? ਨਹੀਂ, ਇਹਨਾਂ ਮਿਨੀ ਡਰੋਨਾਂ ਵਿੱਚ ਸਿਰਫ ਇੱਕ ਕੈਮਰਾ ਹੀ ਨਹੀਂ ਹੁੰਦਾ, ਬਲਕਿ ਵਿਅਕਤੀ ਨੂੰ ਪਛਾਣਨ ਸ਼ਕਤੀ ਵੀ ਹੁੰਦੀ ਹੈ। ਜਿਵੇਂ ਵਿਅਕਤੀ ਕਿੱਥੇ ਪਿਆ, ਕਿਸ ਹਾਲਤ 'ਚ ਪਿਆ, ਕਿੰਨੀ ਗਹਿਰਾਈ ਤੇ ਪਿਆ ਹੋਇਆ, ਐਕਸੈਟਰਾ। ਅੱਛਾ ਜੀ, ਇੱਥੇ ਤੱਕ ਪਹੁੰਚ ਹੋ ਸਕਦੀ ਹੈ AI ਨਾਲ? ਬਈ ਜੇਕਰ ਪੁਰਾਣਾ ਰਿਕਾਰਡ ਹੋਵੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਾਰੇ ਇਲਾਕੇ ਦੀ ਆਬਾਦੀ ਦੀ ਤੇ ਆਫਤ ਤੋਂ ਬਦਲੀ ਸਥਿਤੀ ਦੀ ਪਹਿਚਾਣ ਹੋ ਸਕਦੀ ਹੈ। ਪਰ ਜੇਕਰ ਕੋਈ ਰਿਕਾਰਡ ਨਾ ਵੀ ਹੋਵੇ ਤਾਂ ਵੀ ਇਹ AI ਵਿਅਕਤੀ ਦੀ ਹੋਂਦ ਨੂੰ ਤਾਂ ਉਸ ਦੀ ਦਿਲ ਦੀ ਧੜਕਣ ਤੋਂ ਹੀ ਪਛਾਣ ਸਕਦੀ ਹੈ। ਪਰ ਕਿਵੇਂ? ਸਰ ਇਹਦੇ ਲਈ ਡਾਟਾ ਜਮ੍ਹਾਂ ਕੀਤਾ ਜਾਂਦਾ ਹੈ। ਇਹ ਡਾਟਾ ਉੱਥੋਂ ਦੇ ਖੇਤਰ ਦਾ, ਉੱਥੋਂ ਦੇ ਲੱਖਾਂ ਲੋਕਾਂ ਦਾ ਹੁੰਦਾ, ਜਿਹਦੇ ਨਾਲ ਇਹ ਉਪਕਰਨ ਪੁਰਾਣੀ ਤੇ ਨਵੀਂ ਸਥਿਤੀ ਦਾ ਜਾਇਜ਼ਾ ਲੈ ਲੈਂਦੇ ਨੇ ਤੇ ਹੋਏ ਨੁਕਸਾਨ ਦੀ ਝਲਕ ਵਿਖਾ ਦਿੰਦੇ ਨੇ। ਸ਼੍ਰੀਕਾਂਤ, ਮੈਂ ਸੁਣਿਆ ਸੀ ਕਿ ਅਸੀਂ ਰਸਤਾ ਲੱਭਣ ਦੇ ਲਈ ਜਿਹੜੀ ਐਪ ਜਾਂ ਸੌਫਟਵੇਅਰ ਦਾ ਉਪਯੋਗ ਕਰਦੇ ਹਾਂ ਉਹ ਸਾਰਾ AI ਤੇ ਹੀ ਆਧਾਰਿਤ ਹੈ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਰ। ਹੁਣ ਦੇਖੋ, ਤੁਸੀਂ ਕਿੱਥੇ ਜਾ ਰਹੇ ਹੋ ਤਾਂ ਰਸਤਾ ਜਾਣਨ ਦੇ ਲਈ ਐਪ ਦਾ ਇਸਤੇਮਾਲ ਕਰਦੇ ਹੋ, ਤੇ ਤੁਹਾਨੂੰ ਰਸਤਾ ਦੱਸਣ ਵਾਲਾ ਐਪ ਪਹਿਲਾਂ ਤਾਂ ਤੁਹਾਡੇ ਕੋਲੋਂ ਇਹ ਪਤਾ ਕਰਦਾ ਕਿ ਤੁਸੀਂ ਕਿਵੇਂ ਜਾ ਰਹੇ ਹੋ, ਪੈਦਲ, ਮੈਟਰੋ ਤੇ, ਬੱਸ ਤੇ, ਬਾਈਕ ਤੇ ਜਾਂ ਫਿਰ ਕਾਰ ਤੇ। ਹਾਂ, ਇਹ ਤਾਂ ਦੱਸਣਾ ਹੁੰਦਾ ਹੈ, ਤੇ ਮੈਡਮ ਵੀ ਕੁਝ ਨਾ ਕੁਝ ਪੁੱਛਦੀ ਰਹਿੰਦੀ ਹੈ। ਰਾਘਵ ਜੀ ਸਰ। ਤੂੰ ਇਹ ਵੀ ਚੁਣ ਸਕਦਾ ਹੈ ਕਿ ਤੈਂ ਮੈਡਮ ਜਾਂ ਸਰ ਕਿਸ ਦੀ ਆਵਾਜ਼ ਸੁਣਨੀ ਹੈ ਜਿਹੜੀ ਤੈਨੂੰ ਪਸੰਦ ਹੋਵੇ। ਮੇਜਰ ਰਾਮ ਨੇ ਬਿਲਕੁਲ ਸਹੀ ਕਿਹਾ, ਕਿਉਂਕਿ ਇਹ ਸੁਵਿਧਾ ਵੀ ਹੁਣ ਮੌਜੂਦ ਹੈ। ਹਾਂ,
ਤਾਂ ਮੈਂ ਇਹ ਕਹਿ ਰਿਹਾ ਸੀ ਕਿ ਤੁਸੀਂ ਕਿਵੇਂ ਯਾਤਰਾ ਕਰ ਰਹੇ ਹੋ। ਇਸ ਨਾਲ ਉਹ ਐਪ ਤੁਹਾਡੇ ਲਈ ਸਭ ਤੋਂ ਛੋਟਾ ਰਸਤਾ ਲੱਭ ਕੇ ਤੁਹਾਨੂੰ ਦਿੰਦਾ ਹੈ। ਇਹਦੇ ਲਈ ਉਹ ਪਤਾ ਕਰਦਾ ਹੈ ਕਿ ਕੀ ਇਹ ਦਫ਼ਤਰ ਦਾ ਸਮਾਂ ਹੈ, ਕਿ ਕੋਈ ਐਕਸੀਡੈਂਟ ਤਾਂ ਨਹੀਂ ਹੋਇਆ, ਜਾਂ ਕੋਈ VIP ਮੂਵਮੈਂਟ ਤਾਂ ਨਹੀਂ ਹੋ ਰਹੀ, ਜਾਂ ਕੋਈ ਮੇਲਾ ਤਾਂ ਨਹੀਂ ਲੱਗਿਆ ਹੋਇਆ। ਇਸ ਤਰ੍ਹਾਂ ਦਾ ਬਹੁਤ ਸਾਰਾ ਡਾਟਾ ਉਹ ਚੈੱਕ ਕਰਕੇ ਪਹਿਲਾਂ ਸਮਝਦਾ ਹੈ, ਉਸ ਅਕੋਰਡਿੰਗ ਰੂਟ ਕੱਢ ਕੇ ਸਭ ਤੋਂ ਜਲਦੀ ਪਹੁੰਚਣ ਵਾਲਾ ਟੀਚਾ ਤੁਹਾਡੇ ਲਈ ਪੇਸ਼ ਕਰਦਾ ਹੈ। ਇੱਕ ਵਾਰ ਤਾਂ ਮੈਡਮ ਨੇ ਮੈਨੂੰ ਗਲਤ ਸਾਈਡ ਤੋਂ ਛੋਟਾ ਰਸਤਾ ਦੱਸ ਦਿੱਤਾ ਸੀ ਤੇ ਉੱਥੇ ਖੜੇ ਸੀ ਟ੍ਰੈਫਿਕ ਪੁਲਿਸ ਵਾਲੇ। ਮੈਡਮ ਨੇ ਚਲਾਨ ਕਟਵਾ ਦਿੱਤਾ ਸੀ ਮੇਰਾ। ਰਾਘਵ, ਹਾਂਜੀ, ਉਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਮਤਲਬ ਬਣਾਉਟੀ ਜੀ। ਪਰ ਤੇਰੀ ਅਕਲ ਤਾਂ ਅਸਲੀ ਹੈ, ਉਸ ਦੀ ਵਰਤੋਂ ਵੀ ਕਰ ਲੈਂਦਾ। ਫੇਰ ਆਖੇਂਗਾ ਕਿ AI ਭਰੋਸੇਯੋਗ ਨਹੀਂ ਹੈ। ਵੈਸੇ ਸਰ, ਤੁਸੀਂ ਬਿਲਕੁਲ ਸਹੀ ਕਿਹਾ। ਅਸਲ 'ਚ ਜਿਹੜਾ ਡਾਟਾ ਅਸੀਂ ਦੇ ਰਹੇ ਹਾਂ ਉਹਦੇ ਅਨੁਸਾਰ ਹੀ AI ਦਾ ਦਿਮਾਗ ਤਿਆਰ ਹੁੰਦਾ। ਹੁਣ ਕਈ ਵਾਹਨ ਚਾਲਕ, ਖਾਸ ਤੌਰ 'ਤੇ ਟੈਕਸੀ ਵਾਲੇ, ਇਹਨਾਂ ਨੇ ਹੀ ਇਹ ਸ਼ਾਰਟਕਟ ਲੱਭਿਆ ਸੀ ਤੇ ਵਰਤਿਆ ਸੀ। ਹੁਣ ਜਦੋਂ ਚਲਾਨ ਕੱਟਣੇ ਸ਼ੁਰੂ ਹੋਏ ਤਾਂ ਸਾਰੇ ਸਹੀ ਰਸਤੇ ਤੇ ਚੱਲਣ ਲੱਗ ਪਏ ਤੇ ਐਪ ਨੇ ਵੀ ਸਹੀ ਰਸਤਾ ਦੱਸਣਾ ਹੀ ਸ਼ੁਰੂ ਕਰ ਦਿੱਤਾ। ਵੈਸੇ ਇਹ ਸੌਫਟਵੇਅਰ ਹਮੇਸ਼ਾ ਗਲਤ ਸਾਈਡ ਜਾਣ ਤੋਂ ਵੀ ਮਨਾ ਕਰ ਸਕਦਾ। ਬਿਲਕੁਲ ਸਹੀ। ਅੱਛਾ, ਇਹ ਤਾਂ ਦੱਸੋ, ਜਦੋਂ ਰਾਈਡ ਸ਼ੇਅਰ ਮਤਲਬ 2 ਜਾਂ 3 ਅਲੱਗ-ਅਲੱਗ ਲੋਕ ਮਿਲ ਕੇ ਇੱਕ ਹੀ ਟੈਕਸੀ 'ਚ ਜਾ ਸਕਦੇ ਨੇ, ਇਸ 'ਚ ਸਾਰੇ ਗਾਹਕ ਇੱਕ ਹੀ ਦਿਸ਼ਾ 'ਚ ਜਾ ਰਹੇ ਨੇ, ਇਸ ਗੱਲ ਦੀ ਚੋਣ ਵੀ ਇਹ AI ਆਧਾਰਿਤ ਸੌਫਟਵੇਅਰ ਹੀ ਕਰਦੀ ਹੋਏਗੀ ਨਾ? ਹਾਂ, ਬਿਲਕੁਲ ਇਦਾਂ ਹੀ ਹੁੰਦਾ। ਜਿਨ੍ਹਾਂ ਲੋਕਾਂ ਨੇ ਇੱਕ ਦਿਸ਼ਾ 'ਚ ਮਤਲਬ ਨੇੜੇ ਤੇੜੇ ਦੇ ਇਲਾਕਿਆਂ 'ਚ ਜਾਣਾ ਹੁੰਦਾ ਹੈ ਤਾਂ ਰਾਈਡ ਸ਼ੇਅਰ ਉਹਨਾਂ ਗਾਹਕਾਂ ਦੀ ਚੋਣ ਕਰਦੀ ਹੈ ਜਿਹਦੇ ਨਾਲ ਸਮਾਂ ਤੇ ਤੇਲ ਦੋਵਾਂ ਦੀ ਬਚਤ ਹੁੰਦੀ ਹੈ। ਸ਼੍ਰੀਕਾਂਤ, ਇਹ ਜਿਹੜਾ ਹਵਾਈ ਜਹਾਜ਼ ਆਟੋ ਪਾਇਲਟ ਤੇ ਉਡਾਉਂਦੇ ਨੇ ਤਾਂ ਤੇ ਫਿਰ ਉਹ ਵੀ AI ਦੇ ਦੁਆਰਾ ਹੀ ਹੁੰਦਾ ਹੋਏਗਾ। ਹਾਂਜੀ ਸਰ, ਹਵਾਈ ਜਹਾਜ਼ ਕੀ, ਹੁਣ ਤਾਂ ਜਿਹੜਾ ਬਿਨਾਂ ਡਰਾਈਵਰ ਦੇ ਗੱਡੀਆਂ ਚੱਲ ਰਹੀਆਂ ਨੇ, ਸਮਾਰਟ ਗ੍ਰਿਡ ਲਾਈਟਸ, ਸਮਾਰਟ ਟ੍ਰੈਫਿਕ ਕੰਟਰੋਲ ਵਰਗੇ, ਜਿੱਥੇ ਟ੍ਰੈਫਿਕ ਜ਼ਿਆਦਾ ਹੈ ਉੱਥੇ ਪਹੁੰਚਣ ਤੋਂ ਪਹਿਲਾਂ ਹੋਰ ਗੱਡੀਆਂ ਨੂੰ ਦੂਸਰੇ ਰਸਤੇ ਤੇ ਭੇਜਣਾ, ਜਾਂ ਜਿਨ੍ਹਾਂ ਰਸਤਿਆਂ ਤੇ ਟ੍ਰੈਫਿਕ ਜ਼ਿਆਦਾ ਆ ਰਿਹਾ ਹੈ ਉੱਥੇ ਰੈੱਡ ਲਾਈਟ ਨੂੰ ਲੰਮੇ ਸਮੇਂ ਤੱਕ ਹਰਾ ਰੱਖ ਕੇ ਜ਼ਿਆਦਾ ਤੋਂ ਜ਼ਿਆਦਾ ਵਾਹਨਾਂ ਨੂੰ ਕੱਢਣਾ ਵਗੈਰਾ ਵਗੈਰਾ, ਇਹ ਸਾਰੀ ਕਾਰਵਾਈ AI ਕਰਦੀ ਹੈ। ਅੱਛਾ ਸਰ, ਫਿਰ ਤਾਂ ਫੋਨ, ਈਮੇਲ ਵਗੈਰਾ 'ਚ ਇਹਦੇ 'ਚ ਵੀ AI ਕੁਝ ਕਰਦੀ ਹੋਏਗੀ, ਹੈ ਨਾ? ਬਿਲਕੁਲ ਰਾਘਵ, ਬਲਕਿ ਸਾਡੇ ਈਮੇਲ 'ਚ ਜਿਹੜੇ ਸਪੈਮ ਆਉਂਦੇ ਨੇ ਉਹਨਾਂ ਨੂੰ ਵੀ ਅਲੱਗ ਕਰਨ ਦਾ ਕੰਮ AI ਦੁਆਰਾ ਹੀ ਹੁੰਦਾ। ਹੁਣ ਗੂਗਲ ਨੇ ਤਾਂ ਸਪੈਮ ਨੂੰ ਰੋਕਣ 'ਚ 99.9% ਦੀ ਸਫਲਤਾ ਪਾ ਲਈ ਹੈ। ਸ਼੍ਰੀਕਾਂਤ, ਪਿਛਲੀ ਵਾਰ ਤਾਂ ਤੁਹਾਡੇ ਹਸਪਤਾਲ 'ਚ ਸਿਸਟਰ ਨੇ ਕੌਫੀ ਭੇਜੀ ਸੀ, ਇਸ ਵਾਰ ਅਜਿਹਾ ਕੁਝ ਨਹੀਂ ਆਖਣਾ ਪਏਗਾ? ਨਹੀਂ ਸਰ, ਕੁਝ ਨਹੀਂ ਆਖਣਾ ਪਏਗਾ। ਇਹ ਰਹੀ ਤੁਹਾਡੀ ਕੌਫੀ ਤੇ ਬਿਸਕਿਟ। ਤੇ ਸਰ, ਥੋੜਾ ਕੈਪਟਨ ਸ਼੍ਰੀਕਾਂਤ ਨੂੰ ਆਰਾਮ ਕਰਨ ਦਿਓ, ਅਜੇ ਉਹਨਾਂ ਨੂੰ ਆਰਾਮ ਦੀ ਲੋੜ ਹੈ। ਥੈਂਕਸ ਸਿਸਟਰ। ਬਸ ਕੌਫੀ ਪੀ ਕੇ ਹੀ ਮੈਂ ਚਲਾ ਜਾਵਾਂਗਾ। ਪਰ ਇੱਕ ਸਵਾਲ ਜਿਹੜਾ ਮੇਰੇ ਮਨ ਮਸਤਕ 'ਚ ਘੁੰਮ ਰਿਹਾ ਹੈ, ਪੁੱਛ ਹੀ ਲੈਣਾ। ਸਰ ਦੇਖੋ, ਇਹ AI ਕੁਝ ਜ਼ਿਆਦਾ ਹੀ ਇੰਟੈਲੀਜੈਂਟ ਨਹੀਂ ਹੁੰਦੀ ਜਾ ਰਹੀ? ਜੇ ਕਿਤੇ ਪੂਰੀ ਮਾਨਵਤਾ ਤੇ ਹਾਵੀ ਹੋ ਗਈ ਫੇਰ? ਹਾਂ, ਇਹ ਖਤਰਾ ਤਾਂ ਮੈਨੂੰ ਵੀ ਨਜ਼ਰ ਆਉਂਦਾ। ਸ਼੍ਰੀਕਾਂਤ, ਰਾਘਵ ਨੇ ਠੀਕ ਕਿਹਾ ਸੀ ਕਿ ਹਰ ਖੇਤਰ, ਜਿਵੇਂ ਆਵਾਜਾਈ, ਸਿਹਤ ਸੇਵਾਵਾਂ, ਸਿੱਖਿਆ, ਸੇਵਾ ਖੇਤਰ, ਮਨੁੱਖੀ ਸਾਧਨ, ਤੇ ਹੁਣ ਤਾਂ ਸੁਣਿਆ ਕਿ ਅਧਿਆਤਮ ਦੇ ਖੇਤਰ 'ਚ ਵੀ AI ਦੀ ਘੁਸਪੈਠ ਹੋ ਚੁੱਕੀ ਹੈ। ਹੁਣ AI ਹੀ ਮਨੁੱਖ ਨੂੰ ਕੰਟਰੋਲ ਕਰਨ ਲੱਗੇ ਤਾਂ ਹਾਂ ਸਰ, ਕਈ ਲੋਕ ਇਦਾਂ ਦਾ ਸੋਚਦੇ ਨੇ। ਆਰਾਮ ਨਾਲ ਇਹਨਾਂ ਗੱਲਾਂ ਨੂੰ ਸਮਝਾਂਗੇ। ਵੈਸੇ ਇੱਕ ਗੱਲ ਕਹਾਂ, ਇਹ ਅੱਜ ਦੀ AI ਇੱਕ ਮੱਛਰ ਦੇ ਦਿਮਾਗ ਦੇ ਬਰਾਬਰ ਵੀ ਇੰਟੈਲੀਜੈਂਟ ਨਹੀਂ ਹੈ। ਮਨੁੱਖ ਨੂੰ ਕੰਟਰੋਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਕੀ ਗੱਲਾਂ ਕਰਦੇ ਹੋ ਸਰ? ਤੁਹਾਡੀ ਇਹ ਮੱਛਰ ਨਾਲੋਂ ਵੀ ਘੱਟ ਇੰਟੈਲੀਜੈਂਸ ਵਾਲੀ AI ਅਜੇ ਤਾਂ ਵੱਡਿਆਂ ਦੇ ਦਿਮਾਗ ਨਾਲੋਂ ਵੀ ਜ਼ਿਆਦਾ ਤੇਜ਼ ਲੱਗਦੀ ਹੈ ਮੈਨੂੰ। ਚਲੋ ਰਾਘਵ, ਸ਼੍ਰੀਕਾਂਤ ਨੂੰ ਆਰਾਮ ਕਰਨ ਦਈਏ। ਮੈਂ ਚੱਲਦਾ। ਬਾਏ ਸ਼੍ਰੀਕਾਂਤ, ਗੈਟ ਵੈਲ ਸੂਨ। ਥੈਂਕ ਯੂ ਸਰ।
जय हिंद सर। जय हिंद। जय हिंद। वाह कैप्टन श्रीकांत, आज तो ठीक लगते हो। जी सर, आज तो काफी बेहतर लग रहे हैं। राघव, आप जो बात कर रहे थे एआई के बहुत दिमागदार होने की, वो कहां तक पहुंची? सर वो तो वहीं खत्म हो गई थी, वो तो आज के लिए छोड़ दी गई थी सर। पर मुझे तो अभी भी यही एआई बहुत ताकतवर लगती है सर। नहीं राघव नहीं, अजिहा सिर्फ प्रतीत हुंदा, अजिहा है नहीं। असल च हॉलीवुड दियां कई साइंस फिक्शन फिल्मां जिवें टर्मिनेटर, आई रोबोट वगैरह ने अजिहा वहम बना दिता है कि इन्ने इंटैलीजेंट रोबोट बस धरती ते ही आ गए ने ਜਿਹੜੇ ਬੰਦੇ ਤੇ ਰਾਜ ਕਰਨਗੇ, ਪਰ ਇਦਾਂ ਦਾ ਕੁਝ ਵੀ ਨਹੀਂ ਹੈ। पर श्रीकांत, लगता तो अजिहा ही है कि एआई ने बहुत तरक्की कर ली है। ਬਿਲਕੁਲ ਸਰ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਤਰੱਕੀ ਤਾਂ ਬਹੁਤ ਕਰ ਲਈ ਹੈ, ਪਰ ਅਜੇ ਵੀ ਮਨੁੱਖ ਦੇ ਬਰਾਬਰ ਪਹੁੰਚਣ ਦੇ ਲਈ AI ਦੀ ਵਾਟ ਬਹੁਤ ਲੰਬੀ ਹੈ। ਅਸਲ 'ਚ ਅੱਜ ਕੱਲ੍ਹ ਦੇ ਜਿਹੜੇ ਰੋਬੋਟ ਨੇ ਉਹਨਾਂ ਬਾਬਤ ਤਾਂ ਵਿਗਿਆਨੀਆਂ ਦਾ ਆਖਣਾ ਹੈ ਕਿ ਉਹਨਾਂ ਦੀ ਅਕਲ ਤਾਂ ਇੱਕ ਮੱਛਰ ਦੇ ਬਰਾਬਰ ਵੀ ਨਹੀਂ ਹੈ। ਹੈ ਇੱਕ ਮੱਛਰ ਦੇ ਬਰਾਬਰ ਵੀ ਨਹੀਂ? ਉਹ ਕਿਵੇਂ? ਹਾਂ ਵੇਖ ਰਾਘਵ, ਵਿਗਿਆਨੀਆਂ ਨੇ ਵੱਡੇ ਵੱਡੇ ਰੋਬੋਟ ਤਾਂ ਬਣਾ ਲਏ ਨੇ, ਪਰ ਇੱਕ ਕਮਰੇ ਦੇ ਅੰਦਰ ਜਾਣ ਦੇ ਲਈ ਤੇ ਉੱਥੇ ਰੱਖੀਆਂ ਵਸਤੂਆਂ ਪਹਿਚਾਣ ਕਰਨ ਦੇ ਲਈ ਰੋਬੋਟ ਨੂੰ ਅਰਬਾਂ ਖਰਬਾਂ ਕੈਲਕੂਲੇਸ਼ਨਸ ਕਰਨੀਆਂ ਪੈਂਦੀਆਂ ਨੇ ਤੇ ਉਸ ਵਿੱਚ ਕਈ ਵਾਰ ਗਲਤੀ ਹੋ ਜਾਂਦੀ ਹੈ। ਤਦ ਵਿਗਿਆਨੀਆਂ ਨੇ ਸੋਚਿਆ ਸਭ ਤੋਂ ਸਰਲ, ਬਹੁਤ ਸੂਖਮ ਤੇ ਬਹੁਤ ਘੱਟ ਨਿਊਰਾਨਾਂ ਵਾਲੇ ਮੱਛਰ ਦੇ ਦਿਮਾਗ ਤੇ ਕੰਮ ਕੀਤਾ ਜਾਵੇ। ਉਹਨਾਂ ਨੇ ਇਨਸੈਕਟੋਆਇਡਸ ਤੇ ਬਗਬੌਟਸ ਤਿਆਰ ਕੀਤੇ। ਇਹ ਅਰਬਾਂ ਕੈਲਕੂਲੇਸ਼ਨਾਂ ਕਰ ਸਕਦੇ ਨੇ, ਪਰ ਫਿਰ ਵੀ ਇਹ ਕਮਰੇ 'ਚ ਉੱਡਦੇ ਫਿਰਦੇ ਇੱਕ ਮੱਛਰ ਦੇ ਮੁਕਾਬਲੇ ਕੁਝ ਵੀ ਨਹੀਂ ਸਨ। पर सुनिया हुण तां मनुख रोबोट च कॉन्शियसनेस, मेरा मतलब चेतना जगाउण दी तैयारी कर रहा है। ਨੋ ਸਰ, ਬਿਲਕੁਲ ਨਹੀਂ। ਕਿੱਥੇ ਮਨੁੱਖ ਦਾ ਦਿਮਾਗ ਤੇ ਕਿੱਥੇ ਰੋਬੋਟ ਜਾਂ ਆਖੋ AI ਤੇ ਕੰਮ ਕਰਨ ਵਾਲਿਆਂ ਨੇ ਕੌਨਸ਼ੀਅਸਨੈਸ ਮਤਲਬ ਚੇਤਨਾ ਦੇ 4 ਪੱਧਰ ਦੱਸੇ ਨੇ। ਚੇਤਨਾ ਦਾ ਪਹਿਲਾ ਪੱਧਰ ਹੈ ਲੈਵਲ 0, ਦੂਜਾ ਪੱਧਰ ਹੈ ਲੈਵਲ 1, ਤੀਜਾ ਪੱਧਰ ਹੈ ਲੈਵਲ 2 ਅਤੇ ਚੌਥਾ ਪੱਧਰ ਹੈ ਲੈਵਲ 3। ਪਹਿਲੇ ਪੱਧਰ ਮਤਲਬ ਲੈਵਲ 0 'ਚ ਆਉਂਦੇ ਨੇ ਉਹ ਜੈਵਿਕ ਸਰੂਪ ਜਿਹੜੇ ਚੱਲ ਨਹੀਂ ਸਕਦੇ ਜਿਵੇਂ ਪੌਦੇ। ਦੂਜੇ ਪੱਧਰ ਮਤਲਬ 1 'ਚ ਆਉਂਦੇ ਨੇ ਕੀਟ ਜਿਵੇਂ ਸਰੀਸ੍ਰਿਪ ਆਦਿ। ਤਾਂ ਰੋਬੋਟ ਕਿਹੜੇ ਲੈਵਲ 'ਚ ਆਉਂਦੇ ਨੇ ਫਿਰ ਸਰ? ਪਹਿਲਾਂ ਪੂਰਾ ਸੁਣ ਤਾਂ ਲਓ ਰਾਘਵ ਜੀ, ਜੀ ਫਿਰ ਖੁਦ ਹੀ ਤੈਅ ਕਰ ਲੈਣਾ। ਹਾਂ, ਤਾਂ ਚੇਤਨਾ ਦਾ ਤੀਜਾ ਪੱਧਰ ਹੈ ਲੈਵਲ 2 ਤੇ ਇਹਦੇ ਵਿੱਚ ਆਉਂਦੇ ਨੇ ਬਾਂਦਰ, ਸ਼ੇਰ ਤੇ ਬਾਕੀ ਹੋਰ ਪ੍ਰਾਣੀ। ਤੇ ਚੌਥਾ ਚੇਤਨਾ ਦਾ ਪੱਧਰ ਹੈ ਲੈਵਲ 3 ਤੇ ਇਹਦੇ 'ਚ ਆਉਂਦੇ ਆ ਅਸੀਂ ਮਤਲਬ ਮਨੁੱਖ। ਤਾਂ ਸ਼੍ਰੀਕਾਂਤ, ਅਸੀਂ AI ਤੇ ਆਧਾਰਿਤ ਰੋਬੋਟ ਨੂੰ ਕਿਸ ਲੈਵਲ ਦੀ ਚੇਤਨਾ 'ਚ ਸਮਰੱਥ ਬਣਾ ਪਾਇਆ? ਹਾਂ ਬਸ ਇਹੀ ਸਵਾਲ ਮੈਂ ਪੁੱਛਣਾ ਚਾਹੁੰਦਾ ਸੀ ਸਰ। ਹੁਣ ਦੇਖੋ, ਕਿਉਂਕਿ ਰੋਬੋਟਸ ਚੱਲਣ ਫਿਰਨ ਲੱਗ ਪਏ ਨੇ ਤਾਂ ਲੈਵਲ 0 ਤੋਂ ਤਾਂ ਅੱਗੇ ਨਿਕਲ ਹੀ ਗਏ। ਇਸ ਕਰਕੇ ਵਿਗਿਆਨੀਆਂ ਨੇ ਰੋਬੋਟ ਨੂੰ ਚੇਤਨਾ ਦੇ ਲੈਵਲ 1 'ਚ ਪਾਇਆ। ਮਤਲਬ ਮੱਛਰ ਦੇ ਬਰਾਬਰ ਹੀ ਪੱਧਰ ਹੈ। ਪਰ ਇਹ ਵੀ ਗਲਤ ਹੈ ਕਿਉਂਕਿ ਮੱਛਰ ਚੇਤਨਾ ਦੇ ਮਾਮਲੇ 'ਚ ਇਹਨਾਂ ਰੋਬੋਟਾਂ ਨਾਲੋਂ ਬਹੁਤ ਅੱਗੇ ਹੈ। ਹੁਣ ਖੁਦ ਹੀ ਸੋਚੋ, ਇਹ ਰੋਬੋਟ ਨਾ ਤਾਂ ਛੁਪਣ ਦੇ ਲਈ ਜਲਦੀ ਨਾਲ ਕੋਈ ਥਾਂ ਲੱਭਣ 'ਚ ਸਮਰੱਥ ਨੇ, ਨਾ ਆਪਣੇ ਸ਼ਿਕਾਰ ਕਰਨ ਵਾਲਿਆਂ ਨੂੰ ਪਹਿਚਾਣ ਸਕਦੇ ਨੇ, ਨਾ ਹੀ ਖਾਣਾ ਲੱਭਣ ਦੀ ਉਹਨਾਂ 'ਚ ਸੁਤੰਤਰ ਸਮਰੱਥਾ ਹੈ। ਤਾਂ ਇਹਨਾਂ ਦੀ ਚੇਤਨਾ ਦੀ ਤੁਲਨਾ ਕਿਸੇ ਸੁਸਤ ਕੀੜੇ ਦੇ ਬਰਾਬਰ ਕੀਤੀ ਜਾ ਸਕਦੀ ਹੈ। ਮੱਛਰ ਵਰਗੇ ਐਕਟਿਵ ਕੀਟ ਨਾਲ ਤਾਂ ਬਿਲਕੁਲ ਨਹੀਂ। ਅੱਛਾ, ਤਾਂ ਅਜੇ ਮਨੁੱਖ ਤੋਂ ਇੰਨੇ ਪਿੱਛੇ ਨੇ ਇਹ AI ਆਧਾਰਿਤ ਰੋਬੋਟ? ਹੈਰਾਨੀਜਨਕ ਗੱਲ ਹੈ। ਬਿਲਕੁਲ ਸਰ, ਬਿਲਕੁਲ ਅਜਿਹਾ ਹੀ ਹੈ। ਪਰ ਹਾਂ, AI ਉੱਪਰ ਜਿੰਨੀ ਤੇਜ਼ੀ ਨਾਲ ਕੰਮ ਹੋ ਰਿਹਾ ਨਾ, ਹੋ ਸਕਦਾ ਕਿ ਕੁਝ ਕੁ ਦਹਾਕਿਆਂ 'ਚ ਇਹ ਲੈਵਲ 2 ਤੇ ਆ ਜਾਣ। ਯਾਨੀ ਜਦੋਂ ਇਹਨਾਂ 'ਚ ਦੁਨੀਆ ਨੂੰ ਹੋਰਾਂ ਦੇ ਅਨੁਸਾਰ ਬਣਾਉਣ ਦੀ ਸਮਰੱਥਾ ਆ ਜਾਵੇ। ਇਸ ਉਪਰੰਤ ਲੈਵਲ 3 ਮਤਲਬ ਮਨੁੱਖ ਦੇ ਪੱਧਰ ਤੱਕ ਆਉਣਾ ਅਜੇ ਬਹੁਤ ਦੂਰ ਹੈ। ਅਜੇ ਤਾਂ ਮੌਜੂਦਾ AI ਨੇ ਅਰਬਾਂ ਖਰਬਾਂ ਡਾਟਾ ਵੀ ਪਹੁੰਚਾਉਣਾ ਹੈ। ਇੰਨਾ ਵੱਡਾ ਡਾਟਾ ਕਦੋਂ ਤੱਕ ਪਹੁੰਚਾ ਲਏਗੀ ਇਹ AI? ਰਾਘਵ ਜੀ, ਇਹ ਤਾਂ ਨਿਰੰਤਰ ਚੱਲਦੀ ਪ੍ਰਕਿਰਿਆ ਹੈ। ਸਾਡੇ ਪੂਰਵਜ ਲੱਖਾਂ ਸਾਲ ਪਹਿਲਾਂ ਆਪਣੇ 2 ਪੈਰਾਂ ਤੇ ਪਹਿਲੀ ਵਾਰ ਚੱਲਣ ਲੱਗੇ ਸੀ,
ਪਰ ਇਹਨਾਂ ਨੇ ਲਗਾਤਾਰ ਵਿਕਾਸ ਕਰਦੇ ਹੋਏ ਅੱਜ ਮੰਗਲ ਦੇ ਵੱਲ ਕਦਮ ਵਧਾ ਦਿੱਤੇ ਨੇ। ਇਸੇ ਤਰ੍ਹਾਂ ਗਿਆਨ ਅਰਜਿਤ ਯਾਨੀ ਇਕੱਠਾ ਕਰਨ ਦਾ ਕੰਮ ਤਾਂ ਹਰ ਸਮੇਂ ਚੱਲ ਹੀ ਰਿਹਾ। ਵੈਸੇ ਵੀ ਸਾਰੇ AI ਰੋਬੋਟ ਤਾਂ ਮਨੁੱਖ ਦੀ ਮਦਦ ਲਈ ਨੇ, ਸਾਡੇ ਜੀਵਨ ਨੂੰ ਸੁਰੱਖਿਅਤ ਆਰਾਮਦਾਇਕ ਬਣਾਉਣ ਦੇ ਲਈ। ਤਾਂ ਕੈਪਟਨ ਸ਼੍ਰੀਕਾਂਤ, AI ਦੇ ਮਹੱਤਵ ਨੂੰ ਮੈਂ ਵੀ ਮੰਨਦਾ। ਫਿਰ ਆਵਾਂਗਾ। ਹੁਣ ਜਲਦੀ ਠੀਕ ਹੋ ਜਾਓ, ਕੀ ਪਤਾ ਕੋਈ ਨਵਾਂ ਮਿਸ਼ਨ ਉਡੀਕ 'ਚ ਹੋਵੇ। ਹਾਂ ਸਰ, ਵਾਤਾਵਰਣ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਨਿੱਤ ਨਵੀਆਂ ਆਫਤਾਂ ਆ ਹੀ ਰਹੀਆਂ ਨੇ। ਚਲੋ ਸ਼੍ਰੀਕਾਂਤ, ਆਰਾਮ ਕਰੋ, ਜਲਦੀ ਠੀਕ ਹੋ ਜਾਓ। ਤੇ ਹਾਂ, AI ਬਾਬਤ ਤਾਂ ਅਜੇ ਤੁਹਾਡੇ ਨਾਲ ਹੋਰ ਬਹੁਤ ਸਾਰੀ ਗੱਲ ਕਰਨੀ ਹੈ। ਚਲੋ ਰਾਘਵ। ਜੀ ਸਰ, AI ਤੇ ਗੱਲਬਾਤ ਲਈ ਸਮਾਂ ਤਾਂ ਹੁਣ ਫਿਰ ਅਗਲੇ ਮਿਸ਼ਨ ਦੇ ਬਾਅਦ ਹੀ ਮਿਲ ਸਕੇਗਾ। ਅਜਿਹਾ ਕਿਉਂ ਕੈਪਟਨ ਸ਼੍ਰੀਕਾਂਤ? ਸਰ, ਨਵਾਂ ਮਿਸ਼ਨ ਹੋਏਗਾ, AI ਦੀ ਕੁਝ ਨਵੀਂ ਵਰਤੋਂ ਹੋਏਗੀ, ਮੈਂ ਵੀ ਤਾਂ ਦੁਬਾਰਾ ਜ਼ਖਮੀ ਹੋਵਾਂਗਾ। ਤੁਸੀਂ ਮੁੜ ਫੁੱਲਾਂ ਦੇ ਬੁਕੇ ਲੈ ਕੇ ਮੇਰੇ ਕੋਲ ਹਸਪਤਾਲ ਆਓਗੇ, ਉਲਾਂਭਾ ਦਿਓਗੇ, ਫੇਰ ਹੀ ਮਿਸ਼ਨ ਸਫਲ ਹੋਏਗਾ ਕਿ ਨਹੀਂ। ਤੇ ਲਓ ਹੁਣ ਪੇਸ਼ ਨੇ ਸਾਡੀ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, ਆਫਤਾਂ ਦੌਰਾਨ AI ਕਿਵੇਂ ਕੰਮ ਆਉਂਦੀ ਹੈ? ਸਵਾਲ ਨੰਬਰ 2, ਕੀ AI ਮਨੁੱਖ ਉੱਪਰ ਕਾਬੂ ਤਾਂ ਨਹੀਂ ਪਾ ਲਏਗੀ? ਸਵਾਲ ਇੱਕ ਵਾਰ ਫਿਰ ਸੁਣ ਲਓ। ਸਵਾਲ ਨੰਬਰ 1, ਆਫਤਾਂ ਦੌਰਾਨ AI ਕਿਵੇਂ ਕੰਮ ਆਉਂਦੀ ਹੈ? ਸਵਾਲ ਨੰਬਰ 2, ਕੀ AI ਮਨੁੱਖ ਉੱਪਰ ਕਾਬੂ ਤਾਂ ਨਹੀਂ ਪਾ ਲਏਗੀ? ਸਹੀ ਜਵਾਬ ਭੇਜਣ ਲਈ ਪਤਾ ਹੈ ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਭਾਗ ਲੈਣ ਵਾਲੇ ਕਲਾਕਾਰ ਗੁੰਜਨ ਕਪੂਰ, ਹਰਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਕੌਰ, ਰਾਜੇਸ਼ ਸ਼ਰਮਾ, ਅਵਿਨਾਸ਼, ਹਰਿੰਦਰਪਾਲ, ਹਰੀਸ਼ ਚੰਦਰ, ਰਾਸ਼ੀ ਕਸ਼ਪ ਤੇ ਗੁਰਵਿੰਦਰ ਸਿੰਘ। पंजाबी रूपांतर भारत ज्ञान विज्ञान समिति चंडीगढ़। विशेष सहयोग सरबजीत ऋषि। पेशकश गुरविंदर सिंह ते अमनदेव जोशी।